विद्यार्थियों वाहिगुरू जी का खालसा वाहिगुरू जी की फतेह। ਅੱਜ ਅਸੀਂ ਲੇਖ ਲਿਖਣ ਜਾ ਰਹੇ ਹਾਂ ਚੰਗਾ ਵਿਦਿਆਰਥੀ ਵਿਸ਼ੇ ਦੇ ਉੱਪਰ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਗੱਲਾਂ ਦੱਸਾਂਗੀ ਜਿਨ੍ਹਾਂ 'ਤੇ ਤੁਸੀਂ ਧਿਆਨ ਨਾਲ ਗੌਰ ਕਰਨਾ ਵਾ, ਧਿਆਨ ਨਾਲ ਉਹਨਾਂ ਨੂੰ ਪਹਿਲਾਂ ਸੁਣਨਾ ਵਾ, ਫਿਰ ਲੇਖ ਲਿਖਣਾ ਵਾ। ਓਕੇ, ਸਭ ਤੋਂ ਪਹਿਲੀ ਗੱਲ ਇਹ ਕਿ ਲੇਖ ਲਿਖਣਾ ਜਿਹੜਾ ਇੱਕ ਕਲਾ ਹੈ। ਇਹਦੇ ਵਿੱਚ ਆਪਾਂ ਆਪਣੇ ਵਿਚਾਰਾਂ ਨੂੰ ਕਲਮਬੱਧ ਕਰਦੇ ਹਾਂ। ਸੋ ਇਸ ਵਾਸਤੇ ਲੇਖ ਲਿਖਣ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ ਹੈ। ਪਹਿਲੀ ਗੱਲ ਤਾਂ ਇਹ ਕਿ ਜੋ ਵੀ ਸਿਰਲੇਖ ਦਿੱਤਾ ਗਿਆ ਹੈ, ਜੋ ਵਿਸ਼ਾ ਦਿੱਤਾ ਗਿਆ ਲੇਖ ਲਿਖਣ ਵਾਸਤੇ, ਉਸ ਨੂੰ ਧਿਆਨ ਨਾਲ ਪੜ੍ਹਨਾ ਹੈ। ਸਿਰਲੇਖ ਨੂੰ ਧਿਆਨ ਨਾਲ ਪੜ੍ਹਨਾ ਹੈ ਕਿ ਵਿਸ਼ਾ ਕੀ ਦਿੱਤਾ ਗਿਆ ਹੈ, ਕਿਸ ਟੌਪਿਕ ਦੇ ਉੱਪਰ ਅਸੀਂ ਲੇਖ ਲਿਖਣ ਜਾ ਰਹੇ ਹਾਂ। ਸੋ ਦੂਜੀ ਗੱਲ ਇਹ ਕਿ ਜਿਸ ਵਿਸ਼ੇ ਉੱਪਰ ਤੁਸੀਂ ਲੇਖ ਲਿਖਣਾ ਹੈ ਉਸਦੀ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ। ਜੇਕਰ ਜਾਣਕਾਰੀ ਨਹੀਂ ਹੈ ਤਾਂ ਤੁਸੀਂ ਆਪਣੇ ਵੱਖ-ਵੱਖ ਸਾਧਨਾਂ ਤੋਂ ਜਾਣਕਾਰੀ ਇਕੱਤਰ ਕਰ ਸਕਦੇ ਹੋ। ਫਾਰ ਐਗਜ਼ਾਮਪਲ, ਜਿਵੇਂ ਅਸੀਂ ਇਹ ਜਾਣਕਾਰੀ ਅਧਿਆਪਕਾਂ ਕੋਲੋਂ, ਪੁਸਤਕਾਂ ਵਿੱਚੋਂ, ਅਖਬਾਰਾਂ ਵਿੱਚੋਂ, ਟੈਲੀਵਿਜ਼ਨ ਤੋਂ, ਇੰਟਰਨੈੱਟ ਤੋਂ ਪ੍ਰਾਪਤ ਕਰ ਸਕਦੇ ਹਾਂ। ਇਹਨਾਂ ਸਾਰੀਆਂ ਥਾਵਾਂ ਤੋਂ ਉਸ ਵਿਸ਼ੇ 'ਤੇ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਹੀ ਲੇਖ ਜਿਹੜਾ ਉਹ ਚੰਗੇ ਤਰੀਕੇ ਨਾਲ, ਚੰਗੇ ਢੰਗ ਨਾਲ ਲਿਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹੁਣ ਮੈਂ ਤੁਹਾਨੂੰ ਕੁਝ ਲਿਖਣ ਢੰਗ ਦੇ ਅਨੁਸਾਰ ਲੇਖ ਲਿਖਣ ਦੀਆਂ ਵਿਧੀਆਂ ਜਾਂ ਸ਼ੈਲੀਆਂ ਹਨ ਉਹਨਾਂ ਬਾਰੇ ਦੱਸਾਂਗੀ ਕਿ ਲਿਖਣ ਢੰਗ ਦੇ ਅਨੁਸਾਰ ਲੇਖ ਲਿਖਣ ਦੀਆਂ ਕਿਹੜੀਆਂ ਵਿਧੀਆਂ ਹਨ ਜਾਂ ਕਿੰਨੀ ਤਰ੍ਹਾਂ ਦੇ ਲੇਖ ਜਿਹੜੇ ਉਹ ਲਿਖੇ ਜਾਂਦੇ ਹਨ। ਸਭ ਤੋਂ ਪਹਿਲਾਂ ਵਰਣਨਾਤਮਕ ਲੇਖ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਵਰਣਨਾਤਮਕ ਲੇਖ। ਵਰਣਨਾਤਮਕ ਲੇਖ ਦੇ ਨਾਮ ਤੋਂ ਕਲੀਅਰ ਹੈ ਜਿਸ ਵਿੱਚ ਕਿਸੇ ਜੀਵ ਦਾ, ਕਿਸੇ ਦੱਸੀ ਵਸਤੂ, ਜੀਵ, ਸਥਾਨ, ਨਜ਼ਾਰੇ ਆਦਿ ਦਾ ਵਰਣਨ ਹੋਵੇ। ਜਿਸ ਵਿੱਚ ਕਿਸੇ ਚੀਜ਼ ਦਾ ਵਰਣਨ ਕੀਤਾ ਗਿਆ ਹੋਵੇ ਉਸਨੂੰ ਅਸੀਂ ਵਰਣਨਾਤਮਕ ਲੇਖ ਆਖਦੇ ਹਾਂ। ਕਿਸੇ ਵਸਤੂ ਦਾ ਵਰਣਨ ਹੋ ਸਕਦਾ ਹੈ, ਕਿਸੇ ਜੀਵ ਦਾ ਵਰਣਨ ਹੋ ਸਕਦਾ ਹੈ, ਕਿਸੇ ਸਥਾਨ ਦਾ ਵਰਣਨ ਹੋ ਸਕਦਾ ਹੈ, ਕਿਸੇ ਵੀ ਨਜ਼ਾਰੇ ਜਿਵੇਂ ਕਿਸੇ ਝੀਲ ਦਾ ਨਜ਼ਾਰਾ ਵਾ, ਕਿਸੇ ਪਹਾੜ ਦਾ ਨਜ਼ਾਰਾ ਵਾ, ਕਿਸੇ ਬਾਗ ਦਾ ਦ੍ਰਿਸ਼ ਆ। ਇਹਨਾਂ ਚੀਜ਼ਾਂ ਦਾ ਜਦੋਂ ਤੁਸੀਂ ਵਰਣਨ ਕਰਦੇ ਹੋ ਆਪਣੇ ਲੇਖ ਦੇ ਵਿੱਚ ਅਤੇ ਉਸ ਨੂੰ ਵਰਣਨਾਤਮਕ ਲੇਖ ਕਿਹਾ ਜਾਂਦਾ ਹੈ। ਉਦਾਹਰਨ ਦਿੱਤੀ ਉਹਨਾਂ ਨੇ, ਜਿਵੇਂ ਲੇਖ ਹੈ ਹਰਿਮੰਦਰ ਸਾਹਿਬ ਬਾਰੇ ਹੈ ਤਾਂ ਇਸ ਵਿੱਚ ਉਸ ਹਰ ਚੀਜ਼ ਦਾ ਵਰਣਨ ਕੀਤਾ ਜਾਵੇਗਾ ਜਿਹੜੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵੇਲੇ ਦਿਸਦੀ ਅਤੇ ਪ੍ਰਭਾਵਿਤ ਕਰਦੀ ਹੈ। ਸੋ ਇਸ ਵੇਖੋ, ਜਦੋਂ ਅਸੀਂ ਹਰਿਮੰਦਰ ਸਾਹਿਬ ਜਾਂਦੇ ਅਤੇ ਜਿਹੜੀਆਂ ਚੀਜ਼ਾਂ ਦੇ ਸਾਨੂੰ ਦਰਸ਼ਨ ਹੁੰਦੇ ਹਨ ਅਤੇ ਜਿਹੜੇ ਚੀਜ਼ਾਂ ਦਾ ਸਾਡੇ 'ਤੇ ਪ੍ਰਭਾਵ ਜਿਹੜਾ ਉਹ ਅਸੀਂ ਉਹਨੂੰ ਪ੍ਰਭਾਵ ਨੂੰ ਕਬੂਲਦੇ ਹਾਂ, ਉਹ ਸਾਰੀਆਂ ਜਿਹੜੀਆਂ ਉਹਨਾਂ ਦਾ ਅਸੀਂ ਆਪਣੇ ਲੇਖ ਦੇ ਵਿੱਚ ਜਦੋਂ ਵਰਣਨ ਕਰਾਂਗੇ ਤਾਂ ਉਹ ਵਰਣਨਾਤਮਕ ਲੇਖ ਬਣ ਜਾਵੇਗਾ। ਠੀਕ ਹੈ, ਇੱਥੇ ਵੇਖੋ ਇਹਨਾਂ ਲਿਖਿਆ ਹੈ, ਕਿਸੇ ਤਰ੍ਹਾਂ ਕਿਸੇ ਸ਼ਹਿਰ ਬਾਰੇ ਲੇਖ ਲਿਖਿਆ ਜਾਂਦਾ ਹੈ ਤਾਂ ਉਸਦੀਆਂ ਇਮਾਰਤਾਂ, ਸੜਕਾਂ, ਬਾਗ ਬਗੀਚੇ, ਕੁਦਰਤੀ ਦ੍ਰਿਸ਼ ਦਾ ਵਰਣਨ ਕਰਦੇ ਹਾਂ। ਇਹ ਸਾਰੇ ਲੇਖ ਜਿਹੜੇ ਹੈ ਵਰਣਨ ਪ੍ਰਧਾਨ ਹੁੰਦੇ ਹਨ ਅਤੇ ਇਹਨਾਂ ਦੇ ਵਿੱਚ ਵਰਣਨਾਤਮਕ ਲੇਖ ਜਿਹੜਾ ਇਹਨਾਂ ਨੂੰ ਕਿਹਾ ਜਾਂਦਾ ਹੈ। ਸੋ ਇਹਦੇ ਵਿੱਚ ਆਪਾਂ ਕਿਹੜੇ ਲੇਖ ਲਿਖ ਸਕਦੇ ਹਾਂ? ਸ਼ਹਿਰਾਂ, ਪਹਾੜਾਂ, ਅੱਖੀ ਡਿੱਠੇ ਮੇਲਿਆਂ ਆਦਿ ਬਾਰੇ ਲੇਖ ਜਿਹੜੇ ਵਰਣਨਾਤਮਕ ਹੁੰਦੇ ਹਨ। ਸ਼ਹਿਰਾਂ ਬਾਰੇ, ਕਿਸੇ ਵੀ ਸ਼ਹਿਰ ਬਾਰੇ ਲਿਖਿਆ ਹੋਵੇ, ਕਿਸੇ ਇਤਿਹਾਸਿਕ ਇਮਾਰਤ ਬਾਰੇ ਲਿਖ ਸਕਦੇ ਹਾਂ, ਪਹਾੜ ਦਾ ਦ੍ਰਿਸ਼ ਲਿਖ ਸਕਦੇ ਹਾਂ, ਅੱਖੀ ਡਿੱਠੇ ਕਿਸੇ ਮੇਲੇ ਦਾ ਵਰਣਨ ਕਰਨਾ ਹੋਵੇ ਤਾਂ ਇਹ ਸਾਰੇ ਵਰਣਨਾਤਮਕ ਲੇਖ ਹੁੰਦੇ ਹਨ। ਨੰਬਰ 2 'ਤੇ ਆ ਗਿਆ ਬਿਰਤਾਂਤਿਕ ਲੇਖ। ਬਿਰਤਾਂਤ ਕਿਸੇ ਵਾਪਰੀ ਘਟਨਾ ਦਾ ਕ੍ਰਮ ਅਨੁਸਾਰ ਵੇਰਵਾ ਪੇਸ਼ ਕਰਨ ਨੂੰ ਬਿਰਤਾਂਤ ਕਹਿੰਦੇ ਹਨ। ਕ੍ਰਮ ਅਨੁਸਾਰ ਕੋਈ ਵੀ ਘਟਨਾ ਵਾ ਜੇ ਉਹ ਸੀਕੁਐਂਸ ਵਿੱਚ ਇੱਕ ਵਰਤਦੀ ਹੈ। ਠੀਕ ਹੈ, ਕਿਸੇ ਵੀ ਘਟਨਾ ਦਾ ਜਦੋਂ ਜਨਮ ਹੁੰਦਾ ਹੈ ਤਾਂ ਇੱਕ ਸੀਕੁਐਂਸ ਦੇ ਵਿੱਚ ਹੋਈ ਹੁੰਦੀ ਉਹ ਘਟਨਾ, ਉਸ ਘਟਨਾ ਨੂੰ ਉਸੇ ਤਰੀਕੇ ਨਾਲ ਸੀਕੁਐਂਸ ਦੇ ਵਿੱਚ ਲਿਖਣਾ, ਉਹਨੂੰ ਬਿਰਤਾਂਤਿਕ ਲੇਖ ਕਹਿੰਦੇ ਆ। ਠੀਕ ਹੈ, ਬਿਰਤਾਂਤ ਪੇਸ਼ ਕਰਨਾ। ਇਹਦੇ ਵਿੱਚ ਆ ਜਾਂਦੀਆਂ ਜੀਵਨੀਆਂ। ਫਾਰ ਐਗਜ਼ਾਮਪਲ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਲੇਖ ਆਪਾਂ ਲਿਖਦੇ ਹਾਂ, ਉਹਨਾਂ ਦੇ ਜੀਵਨ ਬਾਰੇ ਲਿਖਦੇ ਹਾਂ ਅਤੇ ਉਸ ਵਿੱਚ ਆਪਾਂ ਸਭ ਤੋਂ ਪਹਿਲਾਂ ਹੋਰ ਕੁਝ ਨਹੀਂ ਦੱਸਦੇ। ਸਭ ਤੋਂ ਪਹਿਲਾਂ ਆਪਾਂ ਇੰਪੋਰਟੈਂਟ ਗੱਲ ਦੱਸਦੇ ਹਾਂ, 2 ਲਾਈਨਾਂ ਦੇ ਵਿੱਚ ਭੂਮਿਕਾ ਦੇ ਵਿੱਚ ਦੱਸਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਗੁਰੂ ਹਨ, ਪਹਿਲੇ ਗੁਰੂ ਹਨ। ਉਹਨਾਂ ਬਾਰੇ ਦੱਸ ਕੇ ਫਿਰ ਆਪਾਂ ਉਹਨਾਂ ਦੇ ਜੀਵਨ 'ਤੇ ਆਉਂਦੇ, ਉਹਨਾਂ ਦੇ ਜਨਮ 'ਤੇ, ਪ੍ਰਕਾਸ਼ ਕਦੋਂ ਹੋਇਆ, ਕਿੱਥੇ ਹੋਇਆ, ਮਾਤਾ ਪਿਤਾ ਕੌਣ ਸਨ, ਫਿਰ ਉਹਨਾਂ ਦੇ ਬਚਪਨ ਦੀਆਂ ਘਟਨਾਵਾਂ ਨੂੰ ਬਿਆਨ ਕਰਦੇ ਹਾਂ। ਫਿਰ ਅੱਗੇ ਜਾ ਕੇ ਉਹਨਾਂ ਦੇ
ਜੀਵਨ ਦੀਆਂ ਮੁੱਖ ਘਟਨਾਵਾਂ, ਜਿਵੇਂ ਉਹਨਾਂ ਦੇ ਜਵਾਨੀ ਦੀਆਂ ਮੁੱਖ ਘਟਨਾਵਾਂ ਨੂੰ ਬਿਆਨ ਕਰਦੇ ਹਾਂ, ਉਹਨਾਂ ਨੇ ਦੁਆਰਾ ਕਿਹੜੇ ਮੁੱਖ ਕਾਰਜ ਕੀਤੇ ਗਏ ਉਹਨਾਂ ਨੂੰ ਕਰਦੇ। ਲਾਸਟ 'ਤੇ ਜਾ ਕੇ ਆਪਾਂ ਉਹਨਾਂ ਦੇ ਜੋਤੀ ਜੋਤ ਸਮਾਉਣ ਦਾ ਦੱਸਦੇ ਹਾਂ ਕਿ ਹਾਂ ਗੁਰੂ ਨਾਨਕ ਦੇਵ ਜੀ 1539 ਈਸਵੀ ਨੂੰ ਜੋਤੀ ਜੋਤ ਸਮਾ ਗਏ। ਸੋ ਇਹ ਇੱਕ ਸੀਕੁਐਂਸ ਸੀਗਾ, ਕਰਮ ਸੀ। ਕਰਮ ਦੇ ਅਨੁਸਾਰ ਆਪਾਂ ਬੋਲਿਆ ਕਿ ਪਹਿਲਾਂ ਇਹ ਨਹੀਂ ਕਿ ਪਹਿਲਾਂ ਹੀ ਆਪਾਂ ਉਹਨਾਂ ਦੇ ਕਾਰਜ ਦੱਸਣੇ ਸ਼ੁਰੂ ਕਰ ਦਿੱਤੇ, ਜਨਮ ਜਿਹੜਾ ਉਹ ਲਾਸਟ 'ਤੇ ਜਾ ਕੇ ਦੱਸ ਦਈਏ। ਨੋ, ਇਹਦੇ ਵਿੱਚ ਆਪਾਂ ਕਿਸੇ ਵੀ ਘਟਨਾ ਨੂੰ ਇੱਧਰ ਉੱਧਰ ਨਹੀਂ ਕਰ ਸਕਦੇ, ਇਹਨੂੰ ਸੀਕੁਐਂਸ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ। ਸੋ ਇਸ ਲਈ ਇਹਨਾਂ ਨੂੰ ਬਿਰਤਾਂਤਿਕ ਲੇਖ ਕਿਹਾ ਜਾਂਦਾ ਹੈ, ਜਿਸ ਵਿੱਚ ਅਸੀਂ ਕਿਸੇ ਵੀ ਘਟਨਾ ਨੂੰ ਇੱਕ ਕ੍ਰਮ ਅਨੁਸਾਰ, ਸੀਕੁਐਂਸ ਅਨੁਸਾਰ ਜਿਹੜਾ ਉਹ ਲਿਖਦੇ ਹਾਂ। ਵੇਖੋ ਇਹਦੇ ਵਿੱਚ ਆ ਜਾਂਦੀਆਂ ਭੁੱਲ ਯਾਦਾਂ, ਯਾਤਰਾਵਾਂ, ਇਤਿਹਾਸ ਵਿੱਚ ਵਾਪਰੀਆਂ ਮਹੱਤਵਪੂਰਨ ਘਟਨਾਵਾਂ। ਇਤਿਹਾਸ 'ਚ ਜੇ ਕੋਈ ਘਟਨਾ ਵਾਪਰੀ ਹੈ ਤਾਂ ਉਸ ਨੂੰ ਅਸੀਂ ਕਲਮਬੱਧ ਕਰਦੇ ਹਾਂ, ਲੇਖ ਦੇ ਰੂਪ ਦੇ ਵਿੱਚ ਲਿਖਦੇ ਹਾਂ, ਤਾਂ ਉਹ ਵੀ ਲੇਖ ਬਿਰਤਾਂਤਿਕ ਲੇਖ ਦੀ ਕਿਸਮ ਦੇ ਵਿੱਚ ਹੀ ਆਉਂਦੇ ਹਨ। ਇੱਥੇ ਇਹ ਵੀ ਉਹਨਾਂ ਨੇ ਵਰਣਨ ਕੀਤਾ ਹੈ ਕਿ ਕੋਈ ਵੀ ਲੇਖ ਮੁਕੰਮਲ ਤੌਰ 'ਤੇ ਨਾ ਤਾਂ ਵਰਣਨਾਤਮਿਕ ਹੋ ਸਕਦਾ ਹੈ ਅਤੇ ਨਾ ਹੀ ਬਿਰਤਾਂਤਿਕ ਹੋ ਸਕਦਾ ਹੈ। ਸੋ ਇਸ ਵਿੱਚ ਆਪਾਂ ਇਹ ਸਿੱਖਿਆ ਹੈ ਕਿ ਦੋ ਤਰ੍ਹਾਂ ਦੇ ਲੇਖ ਅਜੇ ਆਪਾਂ ਪੜ੍ਹੇ ਆ, ਇੱਕ ਤੇ ਵਰਣਨਾਤਮਿਕ ਲੇਖ ਔਰ ਦੂਸਰਾ ਬਿਰਤਾਂਤਿਕ ਲੇਖ। ਵਰਣਨਾਤਮਿਕ ਲੇਖ ਉਹ ਸਨ ਜਿਨ੍ਹਾਂ ਵਿੱਚ ਕਿਸੇ ਦੱਸੀ ਵਸਤੂ, ਜੀਵ, ਸਥਾਨ, ਨਜ਼ਾਰੇ ਆਦਿ ਦਾ ਵਰਣਨ ਕਰਦੇ ਹਾਂ ਆਪਾਂ। ਜਦੋਂ ਕਿਸੇ ਘਟਨਾ ਦਾ ਵਰਣਨ ਕਰਦਾ ਹੈ ਤਾਂ ਉਸ ਨੂੰ ਅਸੀਂ ਬਿਰਤਾਂਤਿਕ ਲੇਖ ਆਖਦੇ ਹਾਂ। ਔਰ ਜਿਸ ਵਿੱਚ ਅਸੀਂ ਕਿਸੇ ਵੀ ਘਟਨਾ ਨੂੰ ਕ੍ਰਮ ਅਨੁਸਾਰ ਵਰਣਨ ਕਰਦੇ ਹਾਂ, ਉਹਦਾ ਕ੍ਰਮ ਅਨੁਸਾਰ ਸੀਕੁਐਂਸ ਦੇ ਵਿੱਚ ਉਸਦਾ ਕਰਦੇ ਹਾਂ, ਸੋ ਉਸ ਨੂੰ ਬਿਰਤਾਂਤਿਕ ਲੇਖ ਕਿਹਾ ਜਾਂਦਾ ਹੈ। ਘਟਨਾ ਦੇ ਕ੍ਰਮ ਅਨੁਸਾਰ ਵੇਰਵਾ ਪੇਸ਼ ਕਰਨ ਨੂੰ ਬਿਰਤਾਂਤ ਕਹਿੰਦੇ ਆ। ਅਤੇ ਜੇਕਰ ਜੀਵਨੀਆਂ, ਅਭੁੱਲ ਯਾਦਾਂ ਇਹਦੇ ਵਿੱਚ ਆ ਜਾਂਦਾ, ਕਿਸੇ ਵੀ ਇਤਿਹਾਸ ਦੀ ਘਟਨਾ ਨੂੰ ਆਪਾਂ ਕ੍ਰਮ ਵਿੱਚ ਲਿਖਦੇ ਹਾਂ ਅਤੇ ਉਹ ਬਿਰਤਾਂਤਿਕ ਲੇਖ ਹੋ ਜਾਂਦੇ ਹਨ। ਹੁਣ ਅੱਗੇ ਆਪਾਂ ਕਰਾਂਗੇ ਵਿਚਾਰਾਤਮਿਕ ਲੇਖ। ਸੋ ਆਪਾਂ ਇੱਥੇ ਇਹ ਪੜ੍ਹ ਰਹੇ ਸੀਗੇ ਕਿ ਇੱਕ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਕੋਈ ਵੀ ਪੂਰਨ ਤੌਰ 'ਤੇ ਨਾ ਤਾਂ ਬਿਰਤਾਂਤਿਕ ਹੋ ਸਕਦਾ ਹੈ, ਨਾ ਵਰਣਨਾਤਮਿਕ ਹੋ ਸਕਦਾ ਹੈ। ਇਸ ਵਿੱਚ ਐਗਜ਼ਾਮਪਲ ਇਹਨਾਂ ਹਰਿਮੰਦਰ ਸਾਹਿਬ ਦੀ ਦਿੱਤੀ ਹੈ ਕਿ ਜੇ ਅੱਜ ਜੋ ਸ਼੍ਰੀ ਹਰਿਮੰਦਰ ਸਾਹਿਬ ਉਸ ਬਾਰੇ ਦਿੱਤਾ ਵੇਰਵਾ ਵਰਣਨਾਤਮਿਕ ਹੋਵੇਗਾ, ਪਰ ਉਸਦੇ ਇਤਿਹਾਸ ਦਾ, ਜੇਕਰ ਆਪਾਂ ਉਸਦਾ ਇਤਿਹਾਸ ਦਾ ਵੇਰਵਾ ਦਿੰਦੇ ਹਾਂ ਤਾਂ ਉਹ ਬਿਰਤਾਂਤਿਕ ਹੋਵੇਗਾ। ਜੇਕਰ ਅੱਜ ਆਪਾਂ ਹਰਿਮੰਦਰ ਸਾਹਿਬ ਜਾਂਦੇ ਹਾਂ ਤਾਂ ਉੱਥੇ ਸਾਰਾ ਉਸ ਦਾ ਦ੍ਰਿਸ਼ ਦੇਖਦੇ ਹਾਂ, ਦਰਸ਼ਨ ਕਰਦੇ ਹਾਂ, ਅਤੇ ਉਹ ਜੇ ਆਪਾਂ ਆਪਣੇ ਲੇਖ ਵਿੱਚ ਵਰਣਨ ਕਰਦੇ ਹਾਂ ਤਾਂ ਉਹ ਹੋਏਗਾ ਸਭ ਤੋਂ ਪਹਿਲਾਂ ਜਿਹੜਾ ਆਪਾਂ ਕੀਤਾ ਸੀ ਵਰਣਨਾਤਮਿਕ ਲੇਖ। ਔਰ ਜੇਕਰ ਉਸਦੇ ਇਤਿਹਾਸ ਦਾ ਵੇਰਵਾ ਆਪਾਂ ਦਿੰਦੇ ਹਾਂ ਕਿ ਹਰਿਮੰਦਰ ਸਾਹਿਬ ਕਦੋਂ ਬਣਿਆ, ਕਿਹਨੇ ਬਣਾਇਆ, ਕਿੱਦਾਂ, ਇਹ ਸਾਰਾ ਡਿਟੇਲ ਦੇ ਕੇ ਲਿਖਦੇ ਹਾਂ, ਤਾਂ ਫਿਰ ਇਟ ਮੀਨਸ ਉਹ ਕਿਹੜਾ ਹੋਏਗਾ, ਬਿਰਤਾਂਤਿਕ ਲੇਖ। ਆਈ ਹੋਪ ਕਿ ਕਲੀਅਰ ਹੋ ਗਿਆ ਹੋਵੇਗਾ। ਭਾਵ ਵਰਣਨਾਤਮਿਕ ਲੇਖ ਵਿੱਚ ਸਥਾਨ ਦੇ ਪੱਖੋਂ ਵੇਰਵਾ ਹੁੰਦਾ ਹੈ ਅਤੇ ਬਿਰਤਾਂਤ ਲੇਖਾਂ ਵਿੱਚ ਸਮੇਂ ਦੇ ਪੱਖੋਂ ਸਮਾਂ ਹੀ ਇੱਕ ਕ੍ਰਮ 'ਚ ਲਿਖ ਸਕਦੇ ਹਾਂ। ਆਪਾਂ ਹੁਣੇ ਗੱਲ ਕੀਤੀ ਸੀ ਕਿ ਇਤਿਹਾਸ ਨੂੰ ਆਪਾਂ ਕ੍ਰਮ ਵਿੱਚ ਵੇਖਦੇ ਹਾਂ, ਸੀਕੁਐਂਸ 'ਚ ਵੇਖਦੇ ਹਾਂ, ਪਹਿਲਾਂ ਕੀ ਹੋਇਆ, ਫਿਰ ਕੀ ਹੋਇਆ, ਅੱਗੇ ਕੀ ਹੋਇਆ, ਅੱਗੇ ਕੀ ਹੋਇਆ। ਸੋ ਇਸ ਗੱਲ ਦਾ ਧਿਆਨ ਰੱਖਣਾ ਤੁਸੀਂ। ਨੈਕਸਟ ਆ ਗਿਆ ਵਿਚਾਰਾਤਮਿਕ ਲੇਖ। ਜਿਨ੍ਹਾਂ ਲੇਖਾਂ ਵਿੱਚ ਵਿਚਾਰ ਪ੍ਰਧਾਨ ਹੋਵੇ, ਵਿਚਾਰਾਤਮਿਕ ਉਹਨਾਂ ਨੂੰ ਕਿਹਾ ਜਾਂਦਾ ਹੈ। ਜਿਵੇਂ ਕਿਸੇ ਦੇ ਲੇਖਕ ਦੀ ਤੁਕਾਂ, ਅਖੌਤਾ ਜਾਂ ਕਿਸੇ ਸੂਖਮ ਵਿਸ਼ੇ ਉੱਤੇ ਲੇਖ ਲਿਖਣ ਵਿਚਾਰ ਪ੍ਰਧਾਨ ਹੁੰਦਾ ਹੈ, ਇਹਨਾਂ ਨੂੰ ਆਪਾਂ ਵਿਚਾਰਾਤਮਿਕ ਲੇਖ ਆਖਦੇ ਹਾਂ। ਬਿਰਤਾਂਤ ਘੱਟ ਹੁੰਦਾ, ਬਿਆਨ ਵੀ ਘੱਟ ਹੁੰਦਾ ਇਹਨਾਂ ਲੇਖਾਂ ਵਿੱਚ। ਇਹਨਾਂ ਲੇਖਾਂ ਵਿੱਚ ਸਿਰਫ ਵਿਚਾਰ ਹੀ ਹੁੰਦਾ, ਕਿਸੇ ਚੀਜ਼ ਨੂੰ ਕਿਸੇ ਵੀ ਇੱਕ ਤੁਕ ਨੂੰ ਲੈ ਕੇ, ਕਿਸੇ ਦੀ ਕਹੀ ਹੋਈ ਸੇਮ ਗੱਲ ਨੂੰ ਲੈ ਕੇ ਉਹਦੇ ਉੱਤੇ ਆਪਾਂ ਆਪਣੇ ਵਿਚਾਰ ਪ੍ਰਗਟ ਕਰਦੇ ਹਾਂ, ਅਤੇ ਉਹਨੂੰ ਵਿਚਾਰਾਤਮਿਕ ਲੇਖ ਕਿਹਾ ਜਾਂਦਾ ਹੈ। ਸੋ ਨੈਕਸਟ ਆ ਗਿਆ ਭਾਵਾਤਮਿਕ ਲੇਖ। ਭਾਵ ਜਿਹਦੇ ਵਿੱਚ ਅਸੀਂ ਆਪਣੇ ਭਾਵ ਪੇਸ਼ ਕਰਦੇ ਹਾਂ, ਭਾਵਾਤਮਿਕ ਲੇਖ। ਇਹਦੇ ਨਾਮ ਤੋਂ ਹੀ ਕਲੀਅਰ ਆ। ਫਿਰ ਜਿਹੜੇ ਲੇਖਾਂ 'ਚ ਭਾਵ ਜਾਂ ਜਜ਼ਬਾ ਪ੍ਰਧਾਨ ਹੁੰਦਾ ਹੈ ਉਹਨਾਂ ਨੂੰ ਭਾਵਾਤਮਿਕ ਲੇਖ ਕਿਹਾ ਜਾਂਦਾ ਹੈ। ਜਿਵੇਂ ਮਾਂ ਦੀ ਮਮਤਾ ਹੋ ਗਈ, ਬਚਪਨ, ਦੇਸ਼ ਪਿਆਰ, ਫੁੱਲਾਂ ਦੀ ਸੁੰਦਰਤਾ, ਪਿਆਰ, ਇਹਨਾਂ ਵਿੱਚ ਅਸੀਂ ਆਪਣੇ ਭਾਵ ਪੇਸ਼ ਕਰਦੇ ਹਾਂ। ਬਚਪਨ ਵਿੱਚ ਸਾਡਾ ਭਾਵ ਹੁੰਦਾ ਵਾ, ਦੇਸ਼ ਪਿਆਰ ਵਿੱਚ ਵੀ ਸਾਡੇ ਭਾਵ, ਜਜ਼ਬਾ ਹੁੰਦਾ ਕਿ ਹਾਂ ਅਸੀਂ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦੇ ਹਾਂ, ਸਾਡੇ ਦੇਸ਼ ਪ੍ਰਤੀ ਸਾਡੀ ਸ਼ਿੱਦਤ ਕੀ ਆ, ਅਸੀਂ ਆਪਣੇ ਦੇਸ਼ ਨੂੰ ਕਿੰਨਾ ਪਿਆਰ ਕਰਦੇ ਹਾਂ, ਅਸੀਂ ਆਪਣੇ ਦੇਸ਼ ਵਾਸਤੇ ਕੀ ਕਰ ਸਕਦੇ ਹਾਂ। ਇਹ ਸਾਰੇ ਜਿਹੜੇ ਵਿਸ਼ੇ ਆ ਇਹ ਭਾਵਾਤਮਿਕ ਲੇਖ ਦੇ ਅੰਦਰ ਆਉਂਦੇ ਹਨ। ਇੱਥੇ ਇਹ ਫਿਰ ਦੱਸਿਆ ਜਾਂਦਾ ਹੈ ਕਿ ਲੇਖਾਂ ਦੇ ਵਿਸ਼ਿਆਂ ਦੀ ਅਜਿਹੀ ਕੋਈ ਪੱਕੀ ਵਿਧੀ ਵੰਡ ਨਹੀਂ ਹੈਗੀ। ਲੇਖ ਲਿਖਣ ਵਾਲੇ ਦੀ ਰੁਚੀ ਹੁੰਦੀ ਆ ਅਤੇ ਉਸ 'ਤੇ ਉਹ
ਉਸਦੀ ਸੋਚਣੀ ਦੇ ਅਨੁਸਾਰ ਕਿਸੇ ਵੀ ਵਿਸ਼ੇ 'ਤੇ ਲੇਖ ਇੱਕ ਜਾਂ ਦੂਜੇ ਵਰਗ ਵਿੱਚ ਹੋ ਸਕਦਾ ਹੈ। ਕਹਿੰਦੇ ਜ਼ਰੂਰੀ ਨਹੀਂ ਹੈ ਕਿ ਇੱਕ ਵਿਸ਼ੇ 'ਤੇ ਹੀ, ਜਿੱਦਾਂ ਭਾਵਾਤਮਕ ਲੇਖ ਅਤੇ ਇਹਦੇ ਵਿੱਚ ਭਾਵ ਹੀ ਪੇਸ਼ ਕੀਤੇ ਜਾਣਗੇ ਔਰ ਲੇਖ ਸਿਰਫ ਆਪਣੇ ਭਾਵਾਂ ਜਾਂ ਜਜ਼ਬਿਆਂ ਨੂੰ ਪੇਸ਼ ਕਰਦਾ ਹੋਇਆ ਇਸੇ ਅਨੁਸਾਰ ਹੀ ਲੇਖ ਲਿਖੇਗਾ, ਭਾਵ ਇਸੇ ਕੈਟੇਗਰੀ 'ਚ ਹੀ ਲੇਖ ਲਿਖੇਗਾ। ਹੋ ਸਕਦਾ ਕਿ ਉਹਦੀ ਕੈਟੇਗਰੀ ਚੇਂਜ ਹੋ ਜਾਵੇ। ਭਾਵਾਤਮਕ ਲੇਖ ਲਿਖਦਾ ਉਹ ਵਿਚਾਰਾਤਮਕ ਲੇਖ ਵੀ ਵਿੱਚ ਲਿਖ ਜਾਵੇ। ਸੋ ਇਹ ਕੋਈ ਪੱਕੀ ਵੰਡ ਨਹੀਂ ਹੈ, ਪਰ ਇਹ ਸਾਨੂੰ ਗਿਆਨ ਹੋਣਾ ਜ਼ਰੂਰੀ ਹੈ ਕਿ ਲੇਖ ਕਿੰਨੀ ਤਰ੍ਹਾਂ ਦੇ ਲਿਖੇ ਜਾ ਸਕਦੇ ਹਨ, ਇਹਨਾਂ ਨੂੰ ਕਿੰਨੀ ਤਰ੍ਹਾਂ ਵਰਗੀਕਰਨ ਇਹਨਾਂ ਦਾ ਕੀਤਾ ਗਿਆ ਹੈ। ਅੱਗੇ ਕਲਪਨਾਮਈ ਲੇਖ, ਜਿਹਦੇ ਵਿੱਚ ਕਲਪਨਾ ਹੋਵੇ, ਸਿਰਫ ਸੋਚ ਕੇ ਕਲਪਨਾ ਕੀਤੀ ਗਈ, ਕਲਪਨਾ ਪ੍ਰਧਾਨ ਹੋਏ ਵੀ ਹਾਂ ਜੇ ਕਾਸ਼ ਮੈਂ ਹੁੰਦਾ, ਜੇ ਮੈਂ ਹੋਵਾਂ, ਕਾਸ਼ ਮੈਂ ਹੁੰਦਾ, ਜਾਂ ਜੇ ਵੇਖੋ ਐਗਜ਼ਾਮਪਲ ਦਿੱਤੀ ਹੋਈ ਉਹਨਾਂ ਨੇ ਸਮੱਗਰੀ ਆਪਣੀ ਕਲਪਨਾ ਰਾਹੀਂ ਇਕੱਤਰ ਕੀਤੀ ਹੁੰਦੀ, ਸਿਰਫ ਉਹ ਕਲਪਨਾ ਦੇ ਆਧਾਰ 'ਤੇ ਬੇਸ ਹੁੰਦੀ ਹੈ, ਉਹਦੇ ਵਿੱਚ ਕੋਈ ਵੀ ਪੱਕੀ ਜਿਹੜੀ ਗੱਲ ਨਹੀਂ ਹੁੰਦੀ। ਜਿਵੇਂ ਜੇ ਮੈਂ ਪ੍ਰਧਾਨ ਮੰਤਰੀ ਹੋਵਾਂ, ਠੀਕ ਹੈ, ਜੇ ਮੈਂ ਮੁੱਖ ਮੰਤਰੀ ਹੋਵਾਂ, ਜੇ ਮੇਰੀ ਲਾਟਰੀ ਨਿਕਲ ਆਵੇ ਤਾਂ ਮੈਂ ਕੀ ਕਰਾਂਗੇ, ਭਾਵ ਜਿਹਦੇ ਵਿੱਚ ਤੁਹਾਡੀ ਕਲਪਨਾ ਸ਼ਾਮਲ ਹੋਵੇ ਉਹ ਕਲਪਨਾ ਮਈ ਲੇਖ ਹੋ ਜਾਂਦੇ ਹਨ। ਸੋ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ। ਲਾਸਟ ਆਪਾਂ ਪੜ੍ਹਾਂਗੇ ਹੁਣ ਇੱਕ ਚੰਗਾ ਲੇਖ ਲਿਖਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਪਹਿਲੀ ਗੱਲ ਇਹ, ਲੇਖਾਂ ਦੀ ਵਰਗੀਕਰਨ ਮੈਂ ਕਰ ਦਿੱਤਾ ਹੈ, ਕਿੰਨੇ ਤਰ੍ਹਾਂ ਦੇ ਲੇਖ, ਵੱਖ ਤਰ੍ਹਾਂ ਦੇ 5 ਤਰ੍ਹਾਂ ਦੇ ਲੇਖ ਆਪਾਂ ਪੜ੍ਹੇ ਹੈ ਕਿ 5 ਤਰ੍ਹਾਂ ਦੇ ਲੇਖ ਹੋ ਸਕਦੇ ਆ। ਵਰਣਨਾਤਮਕ ਲੇਖ, ਬਿਰਤਾਂਤਿਕ ਲੇਖ, ਵਿਚਾਰਾਤਮਕ ਲੇਖ, ਭਾਵਾਤਮਕ ਲੇਖ ਅਤੇ ਕਲਪਨਾਮਈ ਲੇਖ। ਹੁਣ ਅਸੀਂ ਕਰਾਂਗੇ ਕਿ ਕਿਹੜੀਆਂ ਗੱਲਾਂ ਦਾ ਤੁਹਾਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਜਦੋਂ ਤੁਸੀਂ ਲੇਖ ਲਿਖਦੇ ਹੋ। ਪਹਿਲੀ ਗੱਲ, ਲੇਖ ਵਿੱਚ ਵਿਸ਼ੇ ਅਨੁਸਾਰ ਗੱਲਾਂ ਲਿਖੀਆਂ ਹੋਣ। ਇਹ ਨਹੀਂ ਕਿ ਲੇਖ ਤੁਹਾਡਾ ਵਿਸ਼ਾ ਹੋਰ ਕੋਈ ਹੋਵੇ ਔਰ ਲੇਖ ਤੁਸੀਂ ਗੱਲਾਂ ਹੋਰ ਹੀ ਲਿਖੀਆਂ ਹੋਣ, ਨਹੀਂ। ਜੇਕਰ ਤੁਹਾਨੂੰ ਚੰਗਾ ਵਿਦਿਆਰਥੀ, ਜਿਵੇਂ ਅੱਜ ਮੈਂ ਲਿਖ ਦਿੱਤਾ ਹੈ, ਉਹ ਲਿਖਣ ਲਈ ਕਿਹਾ ਗਿਆ ਹੈ, ਅਤੇ ਤੁਸੀਂ ਚੰਗੇ ਵਿਦਿਆਰਥੀ ਦੇ ਨਾਲ ਸੰਬੰਧਿਤ ਹੀ ਗੱਲਾਂ ਆਪਣੀਆਂ ਜਿਹੜੀਆਂ ਉਹ ਲਿਖੋਗੇ, ਹੋਰ ਕੋਈ ਗੱਲ ਜਿਹੜੀ ਉਹਦੇ ਵਿੱਚ ਸ਼ਾਮਲ ਨਹੀਂ ਕਰੋਗੇ। ਨੰਬਰ 2, ਲੇਖ ਦੇ ਜਿਹੜੇ ਵਾਕ ਹੈ ਛੋਟੇ ਹੋਣੇ ਚਾਹੀਦੇ ਆ, ਠੀਕ ਹੈ। ਵਾਕ ਜਿਹੜੇ ਆ ਉਹ ਛੋਟੇ ਹੋਣੇ ਚਾਹੀਦੇ ਆ, ਬਹੁਤ ਵੱਡੇ ਵਾਕ ਜਿਹੜੇ ਉਹ ਨਹੀਂ ਹੋਣੇ ਚਾਹੀਦੇ। ਲੇਖ ਨੂੰ ਪੈਰਿਆਂ ਵਿੱਚ ਲਿਖਿਆ ਜਾਣਾ ਚਾਹੀਦਾ ਹੈ, ਕਦੀ ਵੀ ਇੱਕੋ ਪੈਰਾ ਨਹੀਂ ਬਣਾਉਣਾ ਚਾਹੀਦਾ, ਉਹਨੂੰ ਪੈਰੇ 'ਚ ਲਿਖਣਾ ਚਾਹੀਦਾ ਹੈ। ਹਰ ਵਿਚਾਰ ਨੂੰ ਨਵੇਂ ਪੈਰੇ ਵਿੱਚ ਲਿਖਣਾ ਚਾਹੀਦਾ। ਜਦੋਂ ਕੋਈ ਇੱਕ ਪੈਰੇ ਵਿੱਚ ਇੱਕ ਵਿਚਾਰ ਨਾਲ ਸੰਬੰਧਿਤ ਗੱਲਾਂ ਹੋਣੀਆਂ ਚਾਹੀਦੀਆਂ ਹਨ। ਜਦੋਂ ਤੁਸੀਂ ਕੋਈ ਨਵੀਂ ਗੱਲ ਲਿਖਣੀ ਹੈ ਤਾਂ ਉਸਨੂੰ ਨਵੇਂ ਪੈਰੇ ਵਿੱਚ ਲਿਖਣਾ ਚਾਹੀਦਾ ਹੈ। ਲੇਖ ਵਿਚਲੀ ਭਾਸ਼ਾ ਸਰਲ, ਸਪਸ਼ਟ ਅਤੇ ਸ਼ੁੱਧ ਹੋਣੀ ਚਾਹੀਦੀ ਹੈ। ਭਾਸ਼ਾ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਲਿਖਦੇ ਸਮੇਂ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਹੈ ਕਿ ਕੋਈ ਵੀ ਭਾਸ਼ਾ ਦੇ ਵਿੱਚ ਅਸ਼ੁੱਧਤਾ ਨਾ ਹੋਵੇ, ਸ਼ੁੱਧ ਹੋਵੇ, ਸਪਸ਼ਟ ਹੋਵੇ, ਸਰਲ ਹੋਵੇ, ਹਰ ਇੱਕ ਦੇ ਸਮਝ ਆਉਣ ਵਾਲੀ ਹੋਵੇ। ਲੇਖ ਵਿੱਚ ਆਪਾਂ ਅਖਾਣਾਂ ਦੀ ਅਤੇ ਮੁਹਾਵਰਿਆਂ ਦੀ ਵਰਤੋਂ ਢੁਕਵੀਂ ਕਰ ਸਕਦੇ ਹਾਂ, ਠੀਕ ਹੈ। ਲੇਖ ਵਿੱਚ ਮਹਾਂਪੁਰਖਾਂ ਅਤੇ ਵਿਦਵਾਨਾਂ ਦੇ ਕਥਨਾਂ ਨੂੰ ਵੀ ਵਰਤ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਕੋਈ ਗੱਲ ਲਿਖ ਰਹੇ ਹੋ, ਜਿਵੇਂ ਆਪਾਂ ਦੀਵਾਲੀ ਲਿਖਦੇ ਨੇ, ਉਹ 'ਚ ਆਪਾਂ ਲਿਖਦੇ ਨੇ ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ, ਜਾਂ ਗੁਰੂ ਨਾਨਕ ਦੇਵ ਜੀ ਦਾ ਲੇਖ ਲਿਖਦੇ ਹਾਂ ਤਾਂ ਉਹ 'ਚ ਲਿਖਦੇ ਨੇ ਭਾਈ ਗੁਰਦਾਸ ਦੀਆਂ ਲਾਈਨਾਂ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਇਸ ਤਰ੍ਹਾਂ ਮਹਾਂਪੁਰਖਾਂ ਅਤੇ ਵਿਦਵਾਨਾਂ ਦੇ ਕਥਨਾਂ ਨੂੰ ਵੀ ਆਪਾਂ ਆਪਣੇ ਲੇਖ ਵਿੱਚ ਲਿਖ ਸਕਦੇ ਹਾਂ। ਲੇਖ ਦਾ ਆਰੰਭ ਅਤੇ ਅੰਤ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ, ਕਿਉਂਕਿ ਜਦੋਂ ਆਰੰਭ ਕਰਦੇ ਆਪਾਂ ਲੇਖ ਸ਼ੁਰੂ ਕਰਦੇ ਲਿਖਣਾ, ਉਸ ਤੋਂ ਹੀ ਅੱਧਾ ਪ੍ਰਭਾਵ ਜਿਹੜਾ ਉਹ ਕਬੂਲਿਆ ਜਾਂਦਾ ਕਿ ਹਾਂ ਲਿਖਣ ਵਾਲੇ ਨੇ ਬਹੁਤ ਸੋਹਣਾ ਲਿਖਿਆ। ਕਈ ਵਾਰੀ ਜਦੋਂ ਚੈੱਕ ਕੀਤਾ ਜਾਂਦਾ ਹੈ ਲੇਖ, ਅਤੇ ਨਿਗਰਾਨ ਵੱਲੋਂ ਉਹਨਾਂ ਨੇ ਸਿਰਫ ਲੇਖ ਦਾ ਪਹਿਲਾ ਪੈਰਾ ਹੀ ਵੇਖ ਲੈਂਦੇ ਹਨ ਕਿ ਹਾਂ ਬੱਚੇ ਨੇ ਕੀ ਕੋਸ਼ਿਸ਼ ਕੀਤੀ ਲਿਖਣ ਦੀ ਜਾਂ ਦੱਸਣ ਦੀ ਕੋਸ਼ਿਸ਼ ਕੀ ਕੀਤੀ ਹੈ। ਲੇਖ ਪਹਿਲੇ ਪੈਰੇ ਤੋਂ ਹੀ ਲੇਖ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੁੰਦਾ ਹੈ ਕਿ ਲੇਖ ਕਿਸ ਤਰ੍ਹਾਂ ਦਾ ਲਿਖਿਆ ਗਿਆ। ਸੋ ਪਹਿਲਾ ਪੈਰਾ ਅਤੇ ਅੰਤ ਵਾਲਾ ਪੈਰਾ ਬਹੁਤ ਪ੍ਰਭਾਵਸ਼ਾਲੀ ਹੋਣੇ ਚਾਹੀਦੇ, ਬਹੁਤ ਵਧੀਆ ਹੋਣੇ ਚਾਹੀਦੇ। ਲਾਸਟ ਲਾਈਨ, ਲੇਖ ਵਿਚਲੇ ਸਾਰੇ ਵਿਚਾਰ ਇੱਕ ਤਰਤੀਬ ਵਿੱਚ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਇੱਕ ਤਰਤੀਬ ਭਾਵ ਸੀਕੁਐਂਸ, ਜਿਹੜੀ ਗੱਲ ਪਹਿਲਾਂ ਮੈਂ ਕੀਤੀ ਸੀਗੀ ਆਪਾਂ ਬਿਰਤਾਂਤਿਕ ਲੇਖ ਵਿੱਚ, ਭਾਵ ਹਰ ਵਿਚਾਰ ਸੀਕੁਐਂਸ 'ਚ ਹੋਣਾ ਚਾਹੀਦਾ ਹੈ ਕਿ ਇਹ ਨਹੀਂ ਇੱਕ ਗੱਲ ਹੋਰ ਕਰ ਲਈ, ਇੱਕ ਦੂਜੀ ਹੋਰ ਕੋਈ ਗੱਲ ਕਰ ਲਈ। ਸੋ ਇੱਕ ਤਰਤੀਬ ਹੋਣੀ ਚਾਹੀਦੀ ਜਿਹਦੇ ਵਿੱਚ ਇੱਕ ਗੱਲ ਦਾ ਲਿੰਕ ਦੂਜੀ ਨਾਲ ਜੁੜਿਆ ਹੋਵੇ। ਸੋ ਇਸ ਤਰੀਕੇ ਨਾਲ ਅਸੀਂ ਕਈ ਵਿਸ਼ਿਆਂ 'ਤੇ ਲੇਖ ਲਿਖ ਸਕਦੇ ਹਾਂ ਅਤੇ ਉਹਨਾਂ ਦਾ ਅਭਿਆਸ ਕਰ ਸਕਦੇ ਹਾਂ। ਇਹਦੇ ਨਾਲ ਸਾਡੀ ਲਿਖਣ ਦੀ ਜਿਹੜੀ ਕੁਸ਼ਲਤਾ ਉਹ ਵੱਧਦੀ ਹੈ। ਸੋ ਸਾਰਿਆਂ ਨੇ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੈ ਅਤੇ ਧਿਆਨਪੂਰਵਕ ਸੁਣ ਕੇ ਫਿਰ ਚੰਗਾ ਵਿਦਿਆਰਥੀ ਲੇਖ ਆਪਣੀ ਕਾਪੀ ਦੇ ਉੱਪਰ ਜਿਹੜਾ ਉਹ
ਨੋਟ ਕਰਨਾ ਹੈ। ਧੰਨਵਾਦ। ਓਏ ਬਣ ਗਈ ਗੱਲ, ਵੇਖਦੇ ਹਾਂ।